ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ। ਇਸ ਪਾਵਨ ਸ਼ਬਦ ਦੀਆਂ ਦੋ ਉਥਾਨਕਾਂ ਆਉਂਦੀਆਂ ਹਨ, ਕਿਉਂਕਿ ਪਹਿਲਾਂ ਇਹ ਸ਼ਬਦ ਰਾਏ ਬੁਲਾਰ ਨੂੰ ਉਪਦੇਸ਼ ਦਿੰਦਿਆਂ ਉਚਾਰਨ ਕੀਤਾ। ਰਾਏ ਬੁਲਾਰ ਨੇ ਕਲਯੁਗ ਦੇ ਲੱਛਣ ਪੁੱਛੇ ਤਾਂ ਸਤਿਗੁਰਾਂ ਨੇ ਇਸ ਸ਼ਬਦ ਦੁਆਰਾ ਉੱਤਰ 'ਤੇ ਉਪਦੇਸ਼ ਬਖਸ਼ਿਆ ਸੀ। ਦੂਸਰੀ ਉਥਾਨਕਾ ਇਉਂ ਹੈ, ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਸ ਰਟਨ ਕਰਦੇ ਹੋਏ ਅਚਲ ਬਟਾਲੇ ਪਹੁੰਚੇ। ਉੱਥੇ ਸਿੱਧਾਂ ਨੇ ਰਾਏ ਬੁਲਾਰ ਨਾਲ ਮਿਲਦਾ ਪ੍ਰਸ਼ਨ ਕੀਤਾ ਕਿ ਕਲਯੁਗ ਦੇ ਕੀ ਲੱਖਣ ਹਨ, ਤਾਂ ਸਤਿਗੁਰੂ ਜੀ ਨੇ ਇਸੇ ਸ਼ਬਦ ਦੁਆਰਾ ਉੱਤਰ ਬਖਸ਼ਿਆ, ਜਿਸ ਦਾ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਆਉਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਹੇ ਭਾਈ, ਸੱਚ ਬੋਲਣ ਵਾਲਿਆਂ ਦਾ ਤਾਂ ਸੰਸਾਰ ਵਿੱਚ ਕਾਲ ਹੀ ਪੈ ਗਿਆ। ਕਿਤੇ ਕਿਤੇ ਕੋਈ ਵਿਰਲਾ ਹੀ ਸੱਚ ਬੋਲਣ ਵਾਲਾ ਰਹਿ ਗਿਆ। ਸਾਰੇ ਪਾਸੇ ਝੂਠ ਬੋਲਣ ਵਾਲਿਆਂ ਦਾ ਵਰਤਾਰਾ ਵਰਤ ਰਿਹਾ ਹੈ, ਭਾਵ ਝੂਠ ਹੀ ਪ੍ਰਧਾਨ ਹੋ ਰਿਹਾ ਹੈ। ਕਲਯੁਗ ਦੀ ਕਾਲਖ ਪਾਪਾਂ ਵਾਲੀ ਕਿਰਿਆ ਕਰਕੇ ਸਾਰੇ ਜੀਵ ਬੇਤਾਲ ਭੂਤਨੇ ਹੋ ਰਹੇ ਆ। ਕਲਯੁਗ ਦੀ ਕਿਰਿਆ ਕਾਲਖ ਕਾਲਸਵਤ ਹੈ। ਕਲਯੁਗ ਦੇ ਜੀਵ ਕਲਪਨਾ ਤੇ ਪਾਪਾਂ ਦੀ ਕਾਲਖ ਕਰਕੇ ਬੇਤਾਲ ਕਹੀਏ ਭੂਤਨਿਆਂ ਦੀ ਤਰ੍ਹਾਂ ਹੋ ਰਹੇ ਆ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜਿਨ੍ਹਾਂ ਨੇ ਪਿਛਲੇ ਯੁੱਗਾਂ ਵਿੱਚ ਜਗ ਆਦਿ ਕਰਮਾਂ ਦਾ ਬੀਜ ਬੀਜਿਆ ਹੈ, ਉਹ ਪਤ ਪ੍ਰਤਿਸ਼ਠਾ ਭਾਵ ਇੱਜ਼ਤ ਲੈ ਕਰਕੇ ਪਰਲੋਕ ਨੂੰ ਚਲੇ ਗਏ ਹਨ। ਜਿਨ੍ਹਾਂ ਨੇ ਸਤਿਯੁਗ ਵਿੱਚ ਜੋਗ ਦਾ ਸੱਚ ਬੋਲਣ ਦਾ ਬੀਜ ਬੀਜਿਆ ਸੀ, ਉਹ ਪੁਰਖ ਇੱਜ਼ਤ ਲੈ ਕੇ ਬ੍ਰਹਮ ਲੋਕ ਵਿੱਚ ਚਲੇ ਗਏ। ਜਿਨ੍ਹਾਂ ਨੇ ਤ੍ਰੇਤੇ ਵਿੱਚ ਜਗ ਕੀਤੇ ਸਨ, ਉਹ ਸਵਰਗ ਲੋਕ ਦੀ ਪ੍ਰਾਪਤੀ ਵਾਲੇ ਬੀਜ ਬੀਜ ਕੇ ਸਵਰਗ ਦੀ ਪ੍ਰਾਪਤੀ ਵਾਲੇ ਹੋ ਗਏ। ਜਿਨ੍ਹਾਂ ਨੇ ਦੁਆਪਰ ਵਿੱਚ ਪੂਜਾ ਕੀਤੀ ਸੀ, ਉਹ ਮਨੁੱਖਾ ਦੇਹ ਨੂੰ ਪਾ ਕੇ ਆਪਣੀ ਪੂਜਾ ਦਾ ਫਲ ਲੈ ਕੇ ਇੱਜ਼ਤ ਦੇ ਸਹਿਤ ਪਰਲੋਕ ਨੂੰ ਚਲੇ ਗਏ। ਅਬ ਕਹੀਏ ਹੁਣ ਇਸ ਕਲਯੁਗ ਦੇ ਸਮੇਂ ਵਿੱਚ ਜੋ ਕਰਮ ਸਨ, ਉਹ ਦਾਲ ਦੀ ਨਿਆਈ ਟੁਕੜੇ ਹੋ ਕੇ ਰਹਿ ਗਏ। ਇਹ ਕਰਮਾਂ ਰੂਪੀ ਦਾਲ ਹੁਣ ਕਿਵੇਂ ਉੱਗੇ, ਭਾਵ ਅਰਥਾਤ ਜਿਵੇਂ ਛੋਲਿਆਂ ਦੀ ਦਾਲ ਦੀ ਜੋ ਫਾਂਕੜ ਹੁੰਦੀ ਆ, ਜੇਕਰ ਉਸ ਫਾਂਕੜ ਨੂੰ ਬੀਜੀਏ ਤਾਂ ਉਹ ਹਰੀ ਨਹੀਂ ਹੁੰਦੀ। ਜੇ ਦਾਣਾ ਸਾਬਤ ਹੋਵੇ ਤਾਂ ਹਰਾ ਹੋ ਸਕਦਾ। ਇਉਂ ਇਸ ਸਮੇਂ ਵਿੱਚ ਜੇ ਕਰਮ ਹਨ ਤਾਂ ਵਿਧੀਆਂ ਨਹੀਂ, ਜੇ ਵਿਧੀ ਹੋਵੇ ਤਾਂ ਕਰਮ ਨਹੀਂ। ਜੇ ਕਰਮ ਤੇ ਵਿਧੀਆਂ ਦੋਵੇਂ ਹੋਣ ਤਾਂ ਕਰਮ ਵਾਲੇ ਹੋਤਰੀ ਨਹੀਂ। ਇਸ ਕਰਕੇ ਕਰਮ ਦਾਲ ਦੀ ਨਿਆਈ ਹਨ, ਜਿਸ ਕਰਕੇ ਨਿਸਫਲ ਹਨ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ। ਜੇਕਰ ਇੱਕ ਕਰਮ ਰੂਪੀ ਦਾਣਾ ਵੀ ਸਾਬਤ ਹੋਵੇ, ਉਸ ਦੇ ਕਰਨੇ ਦੀ ਪੂਰੀ ਵਿਧੀ ਹੋਵੇ, ਤਦ ਉਹ ਉਗਵੈ ਉੱਗ ਸਕਦਾ ਹੈ, ਭਾਵ ਹਰਾ ਹੋ ਸਕਦਾ। ਅਤੇ ਜੇ ਰੁੱਤੀ ਰੁੱਤਾਂ ਵਿੱਚੋਂ ਹੂ ਵੀ ਭਾਵ ਰੁੱਤ ਬੀਜ ਦੇ ਉੱਗਣ ਦੀ ਹੋਵੇ, ਜੋਗ ਵਾਸਤੇ ਸਤਿਯੁਗ, ਯੁੱਗ ਵਾਸਤੇ ਤ੍ਰੇਤਾ ਤੇ ਪੂਜਾ ਵਾਸਤੇ ਦੁਆਪਰ ਚਾਹੀਦਾ। ਜੇ ਇਹਨਾਂ ਸ੍ਰੇਸ਼ਟ ਰੁੱਤਾਂ ਵਿੱਚੋਂ ਰੁੱਤ ਹੋਵੇ ਤਾਂ ਬੀਜ ਉੱਗ ਸਕਦਾ ਹੈ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਸਤਿਗੁਰੂ ਜੀ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹੋਏ ਕਥਨ ਕਰਦੇ ਆ ਕਿ ਜਿਸ ਪ੍ਰਕਾਰ ਪਾਹੈ ਭਾਵ ਲਾਗ ਤੋਂ ਬਾਹਰਾ ਬਗੈਰ ਕੋਰੈ ਕਹੀਏ ਪਾਉਣ ਵਾਲੇ ਬਸਤਰ ਨੂੰ ਸ਼ੋਭਾ ਵਾਲੇ ਰੰਗ ਨਾਲ ਰੰਗਣਾ ਚਾਹੀਏ ਤਾਂ ਉਸ ਨੂੰ ਰੰਗ ਨਹੀਂ ਚੜ੍ਹ ਸਕਦਾ। ਕੋਰੈ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਇਸੇ ਪ੍ਰਕਾਰ ਪਰਮੇਸ਼ਰ ਦੀ ਭਗਤੀ ਰੂਪੀ ਜਾਂ ਭੈ ਰੂਪੀ ਪਾਹ ਤੋਂ ਬਗੈਰ ਕੋਰੇ ਬਸਤਰ ਦੀ ਨਿਆਈ ਕਠੋਰ ਚਿੱਤ ਵਾਲੇ ਜੀਵ ਨੂੰ
ਭਗਤੀ ਰੂਪੀ ਸ਼ੋਭਾ ਵਾਲਾ ਪੱਕਾ ਮਜੀਠੀ ਰੰਗ ਨਹੀਂ ਚੜ੍ਹ ਸਕਦਾ। ਜੈਸਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੂਹੀ ਰਾਗ ਵਿੱਚ ਪਾਵਨ ਵਾਕ ਹੈ, ਮਨਮੁਖ ਮੁਗਧ ਨਰ ਕੋਰਾ ਹੋਏ, ਜੇ ਸੋ ਲੋਚੈ ਰੰਗ ਹੋਵੈ ਰੰਗ ਨ ਹੋਵੈ ਕੋਇ। ਭੈ ਵਿੱਚ ਖੁੰਭ ਚੜ੍ਹਾਈਐ ਸਰਮ ਪਾਹੁ ਤਨ ਖੋਏ। ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦਾ ਭੈ ਡਰ ਧਾਰਨ ਕਰਨਾ ਹੈ, ਇਹ ਮਨ ਰੂਪੀ ਬਸਤਰ ਨੂੰ ਖੁੰਭ ਚੜ੍ਹਾਈਏ ਚੜ੍ਹ ਨਾ ਕਰੀਏ ਅਤੇ ਤਨ ਸਰੀਰ ਸੂਖਮ ਸਰੀਰ ਨੂੰ ਮੰਦ ਕਰਮਾਂ ਤੋਂ ਰੋਕ ਕੇ ਸਰਮ ਲੱਜਿਆ ਰੂਪੀ ਪਾਹ ਚਾੜਿਆ ਹੋਵੇ। ਸੋ ਨੋਟ ਇੱਥੇ ਬਸਤਰ ਨੂੰ ਉੱਤਮ ਰੰਗ ਚੜਾਉਣ ਲਈ ਫਟਕੜੀ ਆਦਿ ਦੀ ਦਿੱਤੀ ਪਾਣ ਨੂੰ ਪਾਹ ਕਹਿੰਦੇ ਆ। ਵੈਰਾਗ ਰੂਪੀ ਪਾਹ ਚਾੜਿਆ ਜਾਵੇ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਜੀਵ ਭਗਤੀ ਦੇ ਪੱਕੇ ਮਜੀਠੀ ਰੰਗ ਵਿੱਚ ਰੰਗਿਆ ਜਾਏ ਤਾਂ ਇਸ ਜੀਵ ਦੀ ਕੋਈ ਵੀ ਝੂਠੀ ਸ਼ੋਭਾ ਨਹੀਂ ਕਰ ਸਕਦਾ। ਸਤਸੰਗਤ ਰੂਪੀ ਮੱਟੀ ਵਿੱਚ ਨਾਮ ਜਲ ਪਾ ਕੇ ਭਗਤੀ ਰੂਪ ਰੰਗ ਵਿੱਚ ਮਨ ਰੂਪੀ ਕੱਪੜੇ ਨੂੰ ਸਤਿਗੁਰੂ ਲਲਾਰੀ ਰੰਗਣਾ ਕਰਨ ਤਾਂ ਉਸਦੀ ਕੋਈ ਵੀ ਝੂਠੀ ਸ਼ੋਭਾ ਭਾਵ ਝੂਠ ਬੋਲ ਕੇ ਅਪਜਸ ਨਹੀਂ ਕਰ ਸਕਦਾ। ਅੱਗੇ ਫਿਰ ਰਾਏ ਬੁਲਾਰ ਨੇ ਤੇ ਵਾਹ ਸਿੱਧਾ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ ਕਲਯੁਗ ਦੇ ਲੱਖਣ ਹੋਰ ਕਿਵੇਂ ਹਨ। ਬਾਦਸ਼ਾਹ ਕਿਰਪਾ ਕਰਕੇ ਫਰਮਾ ਰਹੇ ਆ, ਮਹੱਲਾ ਪਹਿਲਾ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਹੇ ਰਾਏ ਬੁਲਾਰ ਜਾਂ ਸਿੱਧੋ, ਅਗਿਆਨ ਰੂਪੀ ਜਾਂ ਮੋਹ ਰੂਪੀ ਰਾਜੇ ਦੇ ਦੋ ਲੱਭ ਭਾਵ ਲੱਭ ਤੇ ਪਾਪ ਗੁਨਾਹ ਮਹਿਤਾ ਵਜ਼ੀਰ ਪਟਵਾਰੀ ਬਣੇ ਹੋਏ ਹਨ ਤੇ ਕੂੜ ਝੂਠ ਸਿਕਦਾਰ ਸਿੱਕੇ ਬਣਾਉਣ ਵਾਲਾ ਸਿਕਦਾਰ ਥਾਣੇਦਾਰ ਹਾਕਮ ਬਣਿਆ ਹੋਇਆ। ਭਾਵ ਕਲਯੁਗ ਵਿੱਚ ਸਾਰਿਆਂ ਦਾ ਝੂਠ ਹੀ ਪ੍ਰਧਾਨ ਹੈ। ਜੈਸਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਜੀ ਦੇ ਸਨਮੁਖ ਹੋ ਕਰਕੇ ਕਿਹਾ ਸੀ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਮਾਨੋ ਕਾਮਦੇਵ ਕਲਯੁਗ ਦਾ ਨੇਬ ਚੋਬਦਾਰ ਹੈ, ਜਿਸ ਨੂੰ ਹਰ ਗੱਲ ਵਿੱਚ ਸੱਦ ਬੁਲਾ ਕੇ ਸਲਾਹ ਪੁੱਛੀ ਜਾਂਦੀ ਹੈ ਤੇ ਜੋ ਨਾਲ ਬੈਠ ਬੈਠ ਭਾਵ ਪਾਪ ਦਾ ਵਿਚਾਰ ਕਰਦਾ ਮਨ ਦਾ ਕਰਮ ਨੇਬ ਚੋਬਦਾਰ ਹੈ, ਜੋ ਹੋਰਨਾਂ ਲੋਕਾਂ ਨੂੰ ਸੱਦ ਬੁਲਾ ਕੇ ਵਿਸ਼ਿਆਂ ਦੀਆਂ ਗੱਲਾਂ ਪੁੱਛਦਾ ਰਹਿੰਦਾ ਤੇ ਕਿਸੇ ਨਾਲ ਦੋਸਤੀ ਪਾਉਣ ਦੀਆਂ ਵਿਚਾਰਾਂ ਬੈਠ ਬੈਠ ਕੇ ਕਰਦਾ ਹੈ। ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ। ਅਗਿਆਨ ਵਾਲੀ ਰਈਅਤ ਹੁੰਦਾ ਪਰਜਾ ਹੈ ਜੋ ਆਸਰੀ ਸੰਪਦਾ ਦੇ ਸਹਿਤ ਗਿਆਨ ਤੋਂ ਬਿਨਾਂ ਹੈ, ਭਾਵ ਬਿਨਾਂ ਹੋ ਰਹੀ ਵਿਹੂਣੀ ਹੋ ਰਹੀ। ਸਾਰੀ ਪਰਜਾ ਗਿਆਨ ਤੋਂ ਬਗੈਰ ਅਸਰੀ ਸੰਪਦਾ ਦੇ ਸਹਿਤ ਅੰਨੀ ਹੋ ਰਹੀ ਤੇ ਤ੍ਰਿਸ਼ਨਾ ਰੂਪੀ ਭਾਹੇ ਅੱਗ ਵਿੱਚ ਭਰੇ ਹੋਏ ਸਾਰੇ ਜੀਵ ਪਰਾਇਆ ਹੱਕ ਖਾਣ ਰੂਪ ਝੂਠ ਬੋਲਣ ਰੂਪ ਮੁਰਦਾਰ ਖਾਂਦੇ ਹਨ। ਪਾਤਸ਼ਾਹ ਨੇ ਫਰਮਾਇਆ ਨਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਸਤਿਗੁਰੂ ਇੱਕ ਜਗ੍ਹਾ ਹੋਰ ਫਰਮਾਉਂਦੇ ਹਨ, ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ। ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰ। ਜਿਹੜੇ ਰਾਸਧਾਰੀਏ ਲੋਕ ਅਵਤਾਰਾਂ ਦੇ ਗਿਆਨੀ ਜਾਣਨ ਵਾਲੇ ਭਾਵ ਆਪਣੇ ਆਪ ਨੂੰ ਗਿਆਨਵਾਨ ਦੱਸਦੇ ਆ ਅਤੇ ਰਾਸਾਂ ਵਿੱਚ ਅਵਤਾਰਾਂ ਦੇ ਸਵਾਂਗ ਬਣਾ ਕੇ ਨੱਚਦੇ ਆ ਤੇ ਚੇਲੇ ਵਾਜਿਆਂ ਨੂੰ ਵਜਾਉਂਦੇ ਆ ਅਤੇ ਕਈ ਤਰ੍ਹਾਂ ਦੇ ਸੁੰਦਰ ਰੂਪ ਬਣਾ ਕੇ ਸ਼ਿੰਗਾਰਾਂ ਨੂੰ ਕਰਦੇ ਆ। ਬਸਤਰਾਂ ਤੇ ਭੂਖੜਾਂ ਦੇ ਸ਼ਿੰਗਾਰ ਕਰਕੇ ਅਵਤਾਰਾਂ ਦੇ ਰੂਪ ਬਣਾਉਂਦੇ ਹਨ। ਭਾਵ ਰਾਸਧਾਰੀਏ ਲੋਕ ਆਪਣੇ ਪੇਟ ਦੇ ਭਰਨ ਵਾਸਤੇ ਆਪਣੇ ਵੱਡਿਆਂ ਦੀਆਂ ਨਕਲਾਂ ਕਰਕੇ ਭੰਡੀ ਕਰਦੇ ਆ ਅਤੇ ਉੱਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵਿਚਾਰ। ਉੱਚੇ ਉੱਚੇ ਕੂਕਾਂ ਆਵਾਜ਼ਾਂ ਮਾਰਦੇ ਆ
ਵਾਦਾਂ ਭਾਵ ਝਗੜਿਆਂ ਦੀਆਂ ਕਹਾਣੀਆਂ ਗਾਉਂਦੇ ਅਤੇ ਲੋਕਾਂ ਨੂੰ ਸੂਰਮਿਆਂ ਦਾ ਨਿਰਣਾ ਕਰਕੇ ਸੁਣਾਉਂਦੇ ਆ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰਹਿ ਪਿਆਰ। ਸ਼ਾਸਤਰ ਦੀ ਧਾਰਨਾ ਰੂਪ ਗਿਆਤ ਤੋਂ ਜੋ ਮੂਰਖ ਬੇਸਮਝ ਆਪਣੇ ਆਪ ਨੂੰ ਪੰਡਿਤ ਵਿਦਵਾਨ ਕਹਾਉਂਦੇ ਹਨ, ਪਰਮੇਸ਼ਰ ਦੇ ਨਿਸ਼ਚੇ ਵੱਲੋਂ ਮੂਰਖ ਤੇ ਬਾਹਰੋਂ ਹਿਕਮਤ ਚਤੁਰਾਈ ਤੇ ਹੁਜਤ ਤਰਕਾ ਮਾਰਨਾ ਜਾਣਦੇ ਹੋਣ ਤੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਹਨ ਅਤੇ ਪਦਾਰਥਾਂ ਦੇ ਮਾਇਆ ਦੇ ਸੰਚਨ ਵਿੱਚ ਹੀ ਸਨੇਹ ਕਰਦੇ ਆ। ਧਰਮੀ ਧਰਮ ਕਰਹਿ ਗਾਵਾਵਹਿ, ਮੰਗਹਿ ਮੋਖ ਦੁਆਰ। ਕਲਯੁਗ ਦੇ ਧਰਮ ਅਨੁਸਾਰ ਕਰਮ ਕਰਨ ਵਾਲੇ ਭਾਵ ਪੁੰਨੀ ਲੋਕ ਇਹੋ ਜਿਹੇ ਹਨ। ਉਹ ਧਰਮ ਕਰਕੇ ਭਾਵ ਪੁੰਨ ਕਰਕੇ ਐਵੇਂ ਗਵਾ ਲੈਂਦੇ, ਫਿਰ ਮੋਖ ਮੁਕਤੀ ਦਾ ਦੁਆਰ ਦਰਵਾਜ਼ਾ ਗਿਆਨ ਮੰਗਦੇ ਆ। ਜਤੀ ਸਦਾਵਹਿ ਜੁਗਤ ਨ ਜਾਣਹਿ, ਛੱਡ ਬਹਿ ਘਰ ਬਾਰ। ਜੋ ਆਪਣੇ ਆਪ ਨੂੰ ਜਤੀ ਬ੍ਰਹਮਚਾਰੀ ਸਦਾਵਹਿ ਕਹਾਉਂਦੇ ਆ, ਪਰ ਜਤੀ ਬਣਨ ਦਾ ਯੁਕਤ ਤਰੀਕਾ ਨਹੀਂ ਜਾਣਦੇ। ਲੋਕ ਦਿਖਾਵੇ ਲਈ ਘਰ-ਬਾਰ ਨੂੰ ਛੱਡ ਕੇ ਤਿਆਗ ਕੇ ਬਾਹਰ ਉਜਾੜਾਂ ਵਿੱਚ ਜਾ ਕੇ ਬੈਠਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਵਾਕ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਸਰੂਪ ਦਾ ਆਨੰਦ ਸਰੀਰ ਰੂਪੀ ਘਰ ਵਿੱਚ ਹੈ, ਉਸ ਨੂੰ ਛੱਡ ਤਿਆਗ ਕੇ ਬਾਹਰ ਕੇ ਉਜਾੜਾਂ ਵਿੱਚ ਜਾ ਬੈਠਦੇ ਆ। ਸਭ ਕੋ ਪੂਰਾ ਆਪੇ ਹੋਵੈ, ਘਟ ਨ ਕੋਈ ਆਖੈ। ਹਾਂਜੀ, ਸਭ ਕੋਈ ਗੁਣਾ ਕਰਕੇ ਆਪਣੇ ਆਪ ਨੂੰ ਪੂਰਨ ਹੋ ਬੈਠਦਾ ਤੇ ਪੂਰਾ ਆਖਦਾ। ਆਪਣੇ ਆਪ ਨੂੰ ਕੋਈ ਵੀ ਘੱਟ ਊਣਾ ਨਹੀਂ ਸਦਵਾਉਣਾ ਚਾਹੁੰਦਾ ਤੇ ਨਾ ਕਹਾਉਂਦਾ ਹੈ। ਜੈਸਾ ਕਿ ਘਾਟ ਨ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਪਤ ਪਰਵਾਣਾ ਪਿੱਛੇ ਪਾਈਐ, ਤਾ ਨਾਨਕ ਤੋਲਿਆ ਜਾਪੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਿਛਲੇ ਲਛਮਣ ਭੀਸ਼ਮ ਪਿਤਾਮਾ ਆਦਿ ਜਤ ਸਤ ਵਾਲੇ ਭਗਤਾਂ ਦੀ ਪਤ ਇੱਜ਼ਤ ਦਾ ਵਿਚਾਰ ਰੂਪੀ ਪਰਵਾਣਾ ਵੱਟਾ ਪ੍ਰਾਪਤ ਕਰੀਏ ਅਤੇ ਮਨ ਬੁੱਧ ਰੂਪੀ ਤੱਕੜੀ ਦੇ ਵਿੱਚ ਤੋਲਣਾ ਕਰੀਏ, ਤਾਂ ਫਿਰ ਤੋਲਿਆ ਹੋਇਆ ਜਾਣਿਆ ਜਾਵੇਗਾ। ਭਾਵ ਵਿਚਾਰਨੇ ਕਰਕੇ ਅਸੀਂ ਜਾਣੇ ਜਾਵਾਂਗੇ ਕਿ ਅਸੀਂ ਕਿਹੋ ਜਿਹੇ ਹਾਂ। ਮਹੱਲਾ ਪਹਿਲਾ। ਵਦੀ ਸੁਵਜਗ ਨਾਨਕਾ, ਸੱਚਾ ਵੇਖੈ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਰਾਏ ਬੁਲਾਰ ਜਾਂ ਸਿੱਧੋ, ਜਿਹੜੀ ਪਰਮੇਸ਼ਰ ਨੇ ਕਰਨੀ ਵਦੀ ਠੱਟੀ ਮਿਥੀ ਹੈ ਕਿ ਇਸ ਤਰ੍ਹਾਂ ਵਰਤਾਰਾ ਵਰਤਣਾ ਹੈ, ਉਹ ਸਵੱਜਗ ਉਹ ਪ੍ਰਗਟ ਹੁੰਦੀ ਆ। ਸੋ ਭਲੀ ਪ੍ਰਕਾਰ ਵੱਜਗ ਪ੍ਰਗਟ ਹੁੰਦੀ ਹੈ ਅਤੇ ਆਪ ਹੀ ਉਹ ਪਰਮੇਸ਼ਰ ਸਾਰਿਆਂ ਦੀ ਸੋਏ ਸ਼ੋਹਰਤ ਸ਼ੋਭਾ ਨੂੰ ਵੇਖਣ ਵਾਲਾ ਹੈ। ਸਭਨੀ ਛਾਲਾ ਮਾਰੀਆਂ, ਕਰਤਾ ਕਰੇ ਸੋ ਹੋਏ। ਸਭਨੀ ਤੋਂ ਭਾਵ ਸਾਰਿਆਂ ਨੇ ਸਾਧਨਾ ਕਰਨ ਰੂਪ ਛਲਾਂਗਾਂ ਟਪੂਸੀਆਂ ਮਾਰੀਆਂ ਹਨ, ਪਰ ਸਾਰੇ ਸੰਸਾਰ ਸਮੁੰਦਰ ਵਿੱਚ ਗੋਤੇ ਖਾਂਦੇ ਆ। ਜਿਸ ਨੂੰ ਨਾਮ ਦੇ ਜਹਾਜ਼ 'ਤੇ ਚਾੜ੍ਹ ਕੇ ਰਚਨਹਾਰ ਪਰਮੇਸ਼ਰ ਪਾਰ ਕਰੇਗਾ, ਉਹ ਪੁਰਖ ਮੁਕਤ ਰੂਪ ਕਿਨਾਰੇ 'ਤੇ ਪਾਰ ਹੋਵੇਗਾ। ਅੱਗੇ ਜਾਤ ਨ ਜੋਰ ਹੈ, ਅੱਗੇ ਜੀਉ ਨਵੇ। ਅੱਗੇ ਤੋਂ ਭਾਵ ਪਰਲੋਕ ਵਿੱਚ ਕਿਸੇ ਪੁਰਖ ਦੀ ਜਾਤੀ ਨਹੀਂ ਚੱਲਣੀ, ਨਾ ਹੀ ਸਰੀਰਕ ਜੋਰ ਬਲ ਚੱਲੇਗਾ। ਪਰਮੇਸ਼ਰ ਦੇ ਅੱਗੇ ਭਾਵ ਸਾਹਮਣੇ ਜਾਤ ਬੁੱਧੀ ਦਾ ਜ਼ੋਰ ਵੀ ਨਹੀਂ ਚੱਲ ਸਕਦਾ ਕਿ ਮੈਂ ਇਤਨਾ ਗਿਆਨਵਾਨ ਹਾਂ। ਅੱਗੇ ਭਾਵ ਅੱਗੇ ਪਰਲੋਕ ਵਿੱਚ ਨਵੇਂ ਭਾਵ ਨਵੀਨ ਜੀਵ ਹਨ, ਜਿਨ੍ਹਾਂ ਨਾਲ ਕੋਈ ਪਹਿਚਾਣ ਵੀ ਨਹੀਂ ਪਈ ਹੋਈ। ਅੱਗੇ ਜੀਉ ਨਵੇਂ, ਪਰਲੋਕ ਵਿੱਚ ਗਿਆ ਕਿਸੇ ਨੇ ਵੀ ਜੀ ਵਾਕ ਨਾ ਵੇ ਨਹੀਂ ਕਹਿਣਾ, ਉੱਥੇ ਤਾਂ ਵੇ ਕਰਕੇ ਬੁਲਾਉਣਗੇ। ਗੁਰਮੁਖ ਜਨਾਂ ਨੂੰ ਅੱਗੇ ਪਰਲੋਕ ਵਿੱਚ ਜੀ ਸ਼ਬਦ ਕਹਿ ਕੇ ਬੁਲਾਉਣਗੇ। ਵੇ ਭਾਵ ਉਹਨਾਂ ਦਾ ਨਿਰਾਦਰ ਨਹੀਂ ਹੋਵੇਗਾ। ਜੈਸਾ ਕਿ ਅਸੀਂ ਗੌੜੀ 52 ਅੱਖਰੀ ਵਿੱਚ ਪੜ੍ਹਦੇ ਹਾਂ, ਰੇ ਦਰਗਹਿ ਕਹਿ ਨ ਕੋ,
ਆਓ ਬੈਠ ਆਦਰ ਸੁਭ ਦੇਉ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਹਾਂ, ਜਿਨ੍ਹਾਂ ਪੁਰਖਾਂ ਦੀ ਵਾਹਿਗੁਰੂ ਦੇ ਲੇਖੇ ਦਰਗਾਹ ਵਿੱਚ ਪਤ ਇੱਜ਼ਤ ਪਵੇਗੀ, ਸੇਈ ਕਹੀਏ ਉਹੀ ਕੇ ਭਾਵ ਕੋਈ ਵਿਰਲੇ ਪੁਰਖ ਹੀ ਸ੍ਰੇਸ਼ਟ ਮੰਨੇ ਜਾਣਗੇ। ਹੇ ਰਾਏ ਬੁਲਾਰ ਜਾਂ ਸਿੱਧੋ ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰੀਏ, ਪੌੜੀ ਰਾਹੀਂ ਕਿਰਪਾ ਕਰ ਰਹੇ ਹਨ। ਪੌੜੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾ ਤਿਨੀ ਖਸਮ ਧਿਆਇਆ। ਹੇ ਵਾਹਿਗੁਰੂ, ਜਿਨ੍ਹਾਂ ਦੇ ਤਾਈਂ ਤੁਸੀਂ ਆਦਿ ਤੋਂ ਪੂਰਬ ਪੁੰਨਾ ਰੂਪੀ ਕਰਮਾਂ ਦਾ ਲੇਖ ਮੱਥੇ 'ਤੇ ਲਿਖ ਕੇ ਪਾ ਦਿੱਤਾ ਹੈ, ਭਾਵ ਕਿਰਪਾ ਦ੍ਰਿਸ਼ਟੀ ਕੀਤੀ ਹੈ, ਤਾਂ ਉਹਨਾਂ ਪੁਰਖਾਂ ਨੇ ਮਨੁੱਖਾ ਜਨਮ ਧਾਰ ਕੇ ਖਸਮ ਮਾਲਕ ਪਰਮੇਸ਼ਰ ਤੈਨੂੰ ਧਿਆਉਣਾ ਕੀਤਾ ਹੈ। ਇਨ੍ਹਾਂ ਜਨਤਾਂ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਹਨਾਂ ਤੁਛ ਜੀਵਾਂ ਦੇ ਆਪਣੇ ਕੁਝ ਵੀ ਵਸ ਅਧੀਨ ਨਹੀਂ ਹੈ। ਇਹ ਵਾਹਿਗੁਰੂ ਤੁਸੀਂ ਆਪ ਹੀ ਵੇਖੀ ਹੁੰਦਾ ਭਿੰਨ ਭਿੰਨ ਰਾਜਸੀ ਤਾਮਸੀ ਸਾਂਤਕੀ ਤਰ੍ਹਾਂ ਦਾ ਸੰਸਾਰ ਪੈਦਾ ਕੀਤਾ ਹੈ। ਇਕ ਨਾ ਨੋ ਤੂੰ ਮੇਲ ਲੈ, ਇਕ ਆਪੋ ਤੁਧ ਖੁਆਇਆ। ਹੇ ਵਾਹਿਗੁਰੂ, ਇਕ ਨਾ ਗੁਰਮੁਖ ਜਨਾਂ ਨੂੰ ਤੂੰ ਸਤ ਸੰਗਤ ਗੁਰਮੁਖਤਾਈ ਜੀਵਨ ਵਿੱਚ ਸ਼ਰਧਾ ਭਗਤੀ ਬਖਸ਼ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਤੇ ਇਕ ਨਾ ਮਨਮੁਖਾਂ ਨੂੰ ਜੋ ਕੁਸੰਗਤ ਦੀ ਓਟ ਲੈਂਦੇ ਆ, ਉਹਨਾਂ ਨੂੰ ਤੁਸੀਂ ਆਪਣੇ ਸਰੂਪ ਵੱਲੋਂ ਖੁਆਇਆ ਭੁਲਾ ਛੱਡਿਆ ਹੈ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਜਿਸ ਹਿਰਦੇ ਵਿੱਚ ਤੁਸੀਂ ਆਪ ਗੁਰਾਂ ਦੁਆਰਾ ਉਪਦੇਸ਼ ਨੂੰ ਬੁਝਾਇਆ ਸਮਝਾਇਆ ਹੈ, ਉਹਨਾਂ ਨੇ ਹੀ ਸਤਿਗੁਰਾਂ ਦੀ ਕਿਰਪਾ ਮਿਹਰ ਤੋਂ ਤੁਹਾਡੇ ਸਰੂਪ ਨੂੰ ਜਾਣਨਾ ਕੀਤਾ ਹੈ। ਸਹਿਜੇ ਹੀ ਸੱਚ ਸਮਾਇਆ। ਹੇ ਵਾਹਿਗੁਰੂ, ਉਹਨਾਂ ਦਾ ਮਨ ਸਹਿਜੇ ਸੁਤੇ ਸਿੱਧ ਹੀ ਤੇਰੇ ਸੱਚ ਸਰੂਪ ਵਿੱਚ ਸਮਾ ਗਿਆ ਹੈ। ਨਿਸ਼ਚੇ ਕਰਕੇ ਤੇਰੇ ਸਤਿਚਿਤ ਆਨੰਦ ਸਰੂਪ ਵਿੱਚ ਉਹਨਾਂ ਦਾ ਮਨ ਲੀਨ ਹੋ ਗਿਆ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।